प्रभु यीशु जी दे पवित्र नाम विच तुसां सबना नूं प्रभु यीशु मसीह दे हजूरी विच जय मसीह। अज असीं प्रभु यीशु जी दे प्यार, प्रभु यीशु जी दे बलिदान अते माफ़ी दे, खास करके माफ़ी दे बदले विच पवित्र बाइबल विचों जाणांगे। प्रभु यीशु मसीह जी ने जदों सलीब उत्ते चढ़े हुए सन, उन्हां नूं चढ़ाया होया सी, तां उस वक्त प्रभु यीशु जी ये फरियाद जां दुआ करते हैं। असीं क्योंकि अजकल दे दिन, हुण आउण वाले दिन जिहड़े है प्रभु यीशु जी दे कुर्बानी का दिन आ रहा है, जिस करके बहुत सारे सानू सारिਆਂ ਨੂੰ इस गल दे ज्ञान होना चाहिए है कि प्रभु यीशु ने सलीब उत्ते अपने दुश्मनों नूं, जिहड़े जिन्हां ने उसनूं यहूदी लोगां ने उन्हां नूं सलीब उत्ते चढ़ाया सी, उन्हां दे लई ये फरियाद की। फरियाद करते हुए प्रभु यीशु जी ने आख्या, हे पिता उन्होंने माफ़ कर, क्यों जो वो नहीं जानते भी असी की करते हाँ, अते उन्हां ते असी की करते हाँ। ते उन्होंने की कीता, प्रभु यीशु जी जे जिहड़े है उन्होंने चढ़ा के ते आपस विच कपड़े वंडे, उन्हां ਦੀਆਂ ਲੱਤਾਂ ना तोड़ियां, पर खास करके साडा ਤਾਂ जो बचन पूरा होवे ਜਿਹੜਾ ਜ਼ਬੂਰ ਵਿੱਚ ਲਿਖਿਆ ਸੀ, उसकी कोई हड्डी तोड़ी ना जाएगी। ਅਤੇ ਯਹੋਵਾ ਲਿਖਿਆ ਹੈ ਕਿ ਆਪਣੇ ਸੇਵਕਾਂ ਦੀ ਜਾਨ ਦਾ ਮੁੱਲ ਦਿੰਦਾ ਹੈ ਤੇ ਉਸ ਦੇ ਸ਼ਰਨਾਰਥੀਆਂ ਵਿੱਚੋਂ ਕੋਈ ਵੀ ਦੋਸ਼ੀ ਨਹੀਂ ਠਹਿਰੇਗਾ। ਸੋ ਯਹੋਵਾ ਪਿਤਾ ਜਦੋਂ ਸਲੀਬ ਉੱਤੇ ਚੜੇ ਹੋਏ ਆਪਣੇ ਪਵਿੱਤਰ ਖੂਨ ਦਾ ਬਲੀਦਾਨ ਦੇਣ ਲਈ, ਜੋ ਸਾਡੇ ਪਾਪਾਂ ਦੇ ਨਿਸਤਾਰੇ ਲਈ ਹੈ, ਉਸ ਵਕਤ ਦੇ ਇਹ ਸ਼ਬਦ ਹਨ। ਉਹਨਾਂ ਨੇ, ਜੇ ਅਸੀਂ ਇਸ ਗੱਲ ਬਾਰੇ ਹੋਰ ਚੰਗੀ ਤਰ੍ਹਾਂ ਨਾਲ ਜਾਣੀਏ ਤਾਂ ਮੂਸਾ ਨੇ ਵੀ ਵਿਵਸਥਾ ਸਾਰ 32:3-6 ਵਿੱਚ ਬਿਆਨ ਕੀਤਾ ਹੈ। ਮੂਸਾ ਜਿਹੜਾ ਵਿਵਸਥਾ ਸਾਡੀ 3 ਐਤ ਤੋਂ ਲੈ ਕੇ 6 ਵਿੱਚ ਇਸ ਤਰ੍ਹਾਂ ਨਾਲ ਸਾਨੂੰ ਬਿਆਨ ਕਰਦਾ ਹੈ, ਜਾਂ ਆਖਦਾ ਹੈ, ਜਾਂ ਸਿੱਖਿਆ ਦਿੰਦਾ ਹੈ, ਜਾਂ ਆਪਣੀ ਗਵਾਹੀ ਦਿੰਦਾ ਹੈ ਕਿ ਮੈਂ ਤਾਂ ਯਹੋਵਾ ਦੇ ਨਾਮ ਦਾ ਪ੍ਰਚਾਰ ਕਰਾਂਗਾ। ਉਹ ਚਟਾਨ ਹੈ, ਉਹ ਚਟਾਨ ਹੈ। ਯਿਸੂ ਮਸੀਹ ਤੋਂ ਬਿਨਾਂ ਕੋਈ ਵੀ ਚਟਾਨ ਨਹੀਂ ਹੈ। ਯਿਸੂ प्रभु जी के बिना कोई भी साडा ਜਾਂ मुक्तिदाता नहीं है। इसलिए आखदा है कि मैं तो यहोवा के नाम का प्रचार करांगा। वो चट्टान है, उसकी करनी पूरी है, क्यों जो उसदे सारे मार्ग न्याउंदे हन। वो सच्चाई का परमेश्वर है, उस विच बुराई है नहीं, वो धर्मी अते सच्चार है। ये गल मूसा नबी जिहड़ा है अपने पवित्र बाइबल दे विच बचन आखदा है कि इन्हां नूं, इसराइलियां नूं, जिहड़े वार-वार जिहड़े है प्रभु यीशु दे बचनां तो दूर हो जांदे सन, जदों प्रभु यीशु जी उस वक्त यीशु जी नहीं सन, जदों मसीह यहोवा प्रभु जी उन्हां नूं मिस्र की गुलामी विचों कढ़ के लिया रहे सन, तो उस वक्त का ये वाक़या है। उस वक्त तो बयान करता है कि असी सबना ने, जे असी नवे अदना विच पढ़िए पहला कुरंथियां 10वें चैप्टर की 1 ਤੋਂ 11 विच पढ़िए तो उत्थे मूसा दे बारे विच पौल रसूल लिखदा है, लिखा है कि
ਮਿਸਰ ਦੀ ਗੁਲਾਮੀ ਵਿੱਚੋਂ ਨਿਕਲਦੇ ਸਮੇਂ ਸਭਨਾਂ ਨੇ, ਸਾਡੇ ਵੱਡਿਆਂ ਦੇ ਸਭਨਾਂ ਨੇ, ਇਸਰਾਏਲੀਆਂ ਦੇ ਵੱਡਿਆਂ ਨੇ ਸਭਨਾਂ ਨੇ ਇੱਕੋ ਹੀ ਆਤਮਕ ਭੋਜਨ ਅਤੇ ਇੱਕੋ ਹੀ ਆਤਮਕ ਜਲ ਉਸ ਪੱਥਰ ਤੋਂ ਪੀਤਾ ਜਿਹੜਾ ਉਹਨਾਂ ਦੇ ਨਾਲ ਨਾਲ ਚੱਲਦਾ ਸੀ। ਅਤੇ ਉਹ ਆਤਮਕ ਪੱਥਰ ਜਿਹੜਾ ਹੈ ਉਹ ਮਸੀਹ ਹੈ ਸੀ। ਸੋ ਆਤਮਕ ਪੱਥਰ ਦੇ ਬਾਰੇ ਜਿਹੜੀ ਗੱਲ ਹੈ, ਜਾਂ ਚਟਾਨ ਦੇ ਬਾਰੇ ਜਿਹੜੀ ਗੱਲ ਹੈ, ਜਾਂ ਪੱਥਰ ਦੇ ਬਾਰੇ ਜਿਹੜੀ ਗੱਲ ਹੈ, ਉਹ ਮਸੀਹ ਯਿਸੂ ਹੀ ਸੀ, ਜਿਹਦੇ ਨਾਮ ਦਾ ਮੈਂ ਕੀ ਕਰੂੰਗਾ? ਪ੍ਰਚਾਰ ਕਰੂੰਗਾ। ਉਹ ਸੱਚਾ ਪਰਮੇਸ਼ਰ ਹੈ, ਉਹਦੇ ਸਾਰੇ ਕੰਮ ਨਿਆਉਂਦੇ ਹਨ, ਉਹ ਧਰਮੀ ਹੈ, ਉਸ ਵਿੱਚ ਕੋਈ ਬੁਰਾਈ ਨਹੀਂ ਪਾਈ ਜਾਂਦੀ ਹੈ। ਹੁਣ ਇਸਰਾਏਲੀਆਂ ਨੂੰ ਆਖਦੇ ਹਨ ਜਿਹੜੇ ਵਿਗੜ ਜਾਂਦੇ ਸਨ ਕਿ ਕੀ ਤੁਸੀਂ ਯਹੋਵਾ ਨੂੰ ਇਉਂ ਬੱਲਾ ਦਿੰਦੇ ਹੋ, ਹੇ ਮੂੜ ਅਤੇ ਮਤਹੀਨ ਪ੍ਰਜਾ, ਕੀ ਯਹੋਵਾ ਤੁਹਾਡਾ ਪਿਤਾ ਨਹੀਂ, ਜਿਸ ਨੇ ਤੁਹਾਨੂੰ ਮੁੱਲ ਲਿਆ ਅਤੇ ਤੁਹਾਨੂੰ ਬਣਾਇਆ ਅਤੇ ਕਾਇਮ ਕੀਤਾ। ਸੋ ਇੱਥੇ मूसा और दाऊद, और जे होर अगे लखीए यशायाह 63:16 ਵਿੱਚ ਆਖਦਾ ਹੈ ਕਿ ਸਾਡੇ ਬਣਾਉਣ ਵਾਲਾ ਹੀ ਸਾਡੇ ਪਾਪਾਂ ਤੋਂ ਸਾਨੂੰ ਬਚਾਉਣ ਵਾਲਾ ਹੈ, ਕਿਉਂਕਿ ਯਕੂਬ ਵੀ ਇਸ ਗੱਲ ਦੀ ਗਵਾਹੀ ਦਿੰਦਾ। ਯਕੂਬ ਦੀ ਪੱਤਰੀ 4:12 ਵਿੱਚ ਲਿਖਿਆ ਹੈ, ਸ਼ਰ੍ਹਾ ਦਾ ਦੇਣ ਵਾਲਾ ਤੇ ਨਿਆਈ ਇੱਕੋ ਹੈ, ਅਰਥਾਤ ਉਹ ਜਿਹੜਾ ਮੁਕਤੀ ਦੇਣ ਅਤੇ ਨਾਸ਼ ਕਰਨ ਨੂੰ ਸਮਰੱਥ ਹੈ। ਸੋ ਪ੍ਰਭੂ ਯਿਸੂ ਜੀ ਜਦੋਂ ਕੱਢ ਕੇ ਲਿਆ ਰਹੇ ਹਨ ਤਾਂ ਉਸ ਵਕਤ ਦਾ ਇਹ ਵਾਕਿਆ ਹੈ। ਸੋ ਯਕੂਬ ਵੀ ਨਵੇਂ ਅਹਿਦਨਾਮੇ ਵਿੱਚ ਲਿਖਦਾ ਹੈ, ਯਕੂਬ ਦੀ ਪੱਤਰੀ 4:12 ਵਿੱਚ, ਕਿ ਸ਼ਰ੍ਹਾ ਦਾ ਦੇਣ ਵਾਲਾ ਤੇ ਨਿਆਈ ਇੱਕੋ ਹੀ ਹੈ। ਅਰਥਾਤ ਉਹ ਜਿਹੜਾ ਮੁਕਤੀ ਦੇਣ ਅਤੇ ਨਾਸ਼ ਕਰਨ ਨੂੰ ਸਮਰੱਥ ਹੈ। ਸੋ ਸਾਡਾ ਮੁਕਤੀ ਜਿਵੇਂ ਪ੍ਰਭੂ ਯਿਸੂ ਨੇ ਯਿਸੂ ਜੀ ਨਹੀਂ ਸਨ, ਯਹੋਵਾ ਪਰਮੇਸ਼ਰ ਜੀ ਨੇ ਯਸ਼ਾਇਆ 43:10-11 ਵਿੱਚ ਆਖਿਆ ਕਿ ਮੈਥੋਂ ਬਿਨਾ ਕੋਈ ਪਰਮੇਸ਼ਰ ਮੇਰੇ ਤੋਂ ਪਹਿਲਾਂ ਕੋਈ ਨਹੀਂ ਸੀ ਅਤੇ ਨਾ ਹੀ ਮੇਰੇ ਤੋਂ ਬਿਨਾ ਕੋਈ ਹੋਰ ਹੋਵੇਗਾ। ਮੈਂ ਹੀ ਯਹੋਵਾ ਹਾਂ ਅਤੇ ਮੇਰੇ ਬਿਨਾ ਕੋਈ ਵੀ ਹੋਰ ਮੁਕਤੀ ਦਾਤਾ ਨਹੀਂ ਹੈ। ਇਸੇ ਤਰ੍ਹਾਂ ਫਿਰ ਯਸ਼ਾਇਆ 45 ਚੈਪਟਰ ਔਰ 21 ਤੋਂ 23 ਤੱਕ ਲਿਖਦੇ ਹਨ ਕਿ ਹੇ ਸਾਰੇ ਧਰਤੀ ਦੇ ਕੰਢਿਆਂ ਦੇ ਲੋਗੋ, ਮੇਰੇ ਵੱਲ ਨੂੰ ਮੂੰਹ ਕਰੋ ਅਤੇ ਬਚ ਜਾਓ, ਕਿਉਂਕਿ ਮੇਰੇ ਬਿਨਾ ਕੋਈ ਹੋਰ ਪਰਮੇਸ਼ਰ ਯਹੋਵਾ ਨਹੀਂ ਹੈ, ਹੋਰ ਕੋਈ ਵੀ ਮੁਕਤੀ ਦਾਤਾ ਨਹੀਂ ਹੈ। ਦੂਜੇ ਸ਼ਬਦਾਂ ਵਿੱਚ ਕਿ ਹੋਰ ਕੋਈ ਵੀ ਸਾਨੂੰ ਮੁਕਤੀ ਸਾਡੇ ਪਾਪਾਂ ਤੋਂ ਨਹੀਂ ਦੇ ਸਕਦਾ ਹੈ। ਇਸ ਲਈ ਅਸੀਂ ਉਹ ਜਿਹੜਾ ਮੁਕਤੀ ਦਾਤਾ ਹੈ ਉਹੀ ਸਾਡਾ ਨਿਆਈ ਹੈ, ਕਿਉਂਕਿ ਜੇ ਅਸੀਂ ਆਪਾਂ ਦੂਸਰਾ ਕੁਰਾਂਤੀਆਂ ਉਹਦੀ 5ਵਾਂ ਚੈਪਟਰ ਦੇ 9-10 ਵਿੱਚ ਪੜ੍ਹੀਏ ਤਾਂ ਲਿਖਿਆ ਹੈ ਕਿ ਅਸੀਂ ਸਾਰਿਆਂ ਨੇ ਹੀ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਸਿੰਘਾਸਨ ਦੇ ਅੱਗੇ ਹਾਜ਼ਰ ਹੋਣਾ ਹੈ, ਤਾਂ ਜੋ ਅਸੀਂ ਜੋ ਕੁਝ ਆਪਣੇ ਜੀਵਨ ਵਿੱਚ ਕੀਤਾ ਹੈ, ਇਸ ਜਿਸਮ ਵਿੱਚ ਕੀਤਾ ਹੈ, ਉਸ ਦਾ ਹਿਸਾਬ ਸਾਡੇ ਤੋਂ ਉਹਨਾਂ ਨੇ ਲੈਣਾ ਹੈ। ਇਸ ਲਈ ਆਓ ਅਸੀਂ ਇਹਨਾਂ ਗੱਲਾਂ ਨੂੰ ਅੱਗੇ ਵਧਦੇ ਹੋਏ, ਕਿਉਂਕਿ ਹੁਣ ਜਿਹੜਾ ਹੈ ਈਸਟਰ ਦਾ ਸਮਾਂ ਆ ਰਿਹਾ ਹੈ ਅਤੇ ਬਹੁਤ ਸਾਰੇ ਲੋਕਾਂ ਨੇ ਇਸ ਗੱਲ ਦੀ ਗਵਾਹੀ ਜਾਂ ਬਿਆਨ ਕਰਨਾ ਹੈ ਕਿ ਪ੍ਰਭੂ ਯਿਸੂ ਮਸੀਹ ਨੇ ਸਲੀਬ ਉੱਤੇ ਚੜੇ ਹੋਏ ਆਪਣੇ ਦੁਸ਼ਮਣਾਂ ਨੂੰ ਮਾਫ ਕੀਤਾ। ਅੱਜ ਅਸੀਂ ਮਾਫੀ ਦੇ ਬਾਰੇ ਵਿੱਚ ਪ੍ਰਭੂ ਯਿਸੂ ਜੀ ਦੇ ਬਚਨਾਂ ਵਿੱਚੋਂ ਸਿੱਖਾਂਗੇ ਕਿਉਂਕਿ ਯਿਸੂ ਮਸੀਹ ਨੇ ਸਲੀਬ ਉੱਤੇ ਚੜੇ ਹੋਏ ਆਖਿਆ, ਹੇ ਪਿਤਾ,
ਉਹਨਾਂ ਨੂੰ ਮਾਫ ਕਰ, ਕਿਉਂ ਜੋ ਉਹ ਨਹੀਂ ਜਾਣਦੇ ਉਹ ਕੀ ਕਰਦੇ ਹਨ। ਸੋ ਇੱਥੇ ਇਹਨਾਂ ਬਚਨਾਂ ਨੂੰ ਲੈ ਕੇ ਬਹੁਤ ਸਾਰੇ ਲੋਕ ਆਖਦੇ ਹਨ ਕਿ ਪ੍ਰਭੂ ਯਿਸੂ ਮਸੀਹ ਨੇ ਸਲੀਬ ਤੇ ਚੜੇ ਹੋਏ ਆਪਣੇ ਦੁਸ਼ਮਣਾਂ ਨੂੰ ਮਾਫ ਕਰ ਦਿੱਤਾ, ਪਰ ਪਵਿੱਤਰ ਬਾਈਬਲ 'ਚ ਕਿਤੇ ਵੀ ਇਸ ਗੱਲ ਦਾ ਜਿਹੜਾ ਹੈ ਬਿਆਨ ਨਹੀਂ ਮਿਲਦਾ ਹੈ ਕਿ ਪ੍ਰਭੂ ਯਿਸੂ ਜੀ ਨੇ ਬਿਨਾਂ ਮਾਫੀ ਮੰਗੇ ਕਿਸੇ ਨੂੰ ਉਹਨਾਂ ਆਪਣੇ ਵੈਰੀਆਂ ਨੂੰ ਜਿਨ੍ਹਾਂ ਨੇ ਉਸ ਨੂੰ ਸਲੀਬ ਤੇ ਚੜਾ ਮਾਫ ਕੀਤਾ। ਕਿਉਂਕਿ ਪ੍ਰਭੂ ਯਿਸੂ ਜੀ ਆਖਦੇ ਹਨ ਜੇ ਅਸੀਂ ਅੱਜ ਜਿਹੜਾ ਹੈ ਰਸੂਲਾਂ ਦੇ ਕਿਤਾਬ ਉਸ ਵੱਲ ਚੱਲੀਏ ਤਾਂ ਉਸ ਵਿੱਚ ਲਿਖਿਆ ਹੈ, ਧਿਆਨ ਨਾਲ ਸੁਣੋ, ਮਿਹਰਬਾਨੀ ਕਰਕੇ ਸੁਣੋ, ਕਿਉਂਕਿ ਉਸ ਵਿੱਚ ਲਿਖਿਆ ਮਿਲਦਾ ਹੈ। ਮੈਂ ਤੁਹਾਨੂੰ ਪੜ੍ਹ ਕੇ ਸੁਣਾਉਂਦਾ ਹਾਂ ਤਾਂ ਜੋ ਤੁਸੀਂ ਇਹਨਾਂ ਬਚਨਾਂ ਦੇ ਉੱਤੇ ਧਿਆਨ ਨਾਲ ਵਿਚਾਰ ਕਰੋ, ਸੋਚੋ ਅਤੇ ਆਪਣੇ ਜੀਵਨ ਵਿੱਚ ਸੱਚਾਈ ਨੂੰ ਹਾਸਲ ਕਰੋ। ਲਿਖਿਆ ਹੈ ਕਿ ਪਤਰਸ ਅਤੇ ਯਹੂਨਾ, ਰਸੂਲਾਂ ਦੇ ਕਿਤਾਬ 3 ਚੈਪਟਰ ਮੈਂ ਸ਼ੁਰੂ ਤੋਂ ਪੜ੍ਹਿਆ। ਲਿਖਿਆ ਹੈ ਪਤਰਸ ਅਤੇ ਯਹੂਨਾ ਪ੍ਰਾਰਥਨਾ ਕਰਨ ਦੇ ਵੇਲੇ 30 ਪੈਰ ਹੈਕਲ ਨੂੰ ਚਲੇ ਜਾਂਦੇ ਸਨ ਅਤੇ ਲੋਕ ਇੱਕ ਜਮਾਨੂ ਲੰਗੇ ਨੂੰ ਚੁੱਕੀ ਲਈ ਜਾਂਦੇ ਸਨ, ਜਿਹਨੂੰ ਰੋਜ਼ ਹੈਕਲ ਅਤੇ ਫਾਟਕ ਕੋਲ ਜਿਹੜਾ ਸੋਨਾ ਸਦੀ ਦਾ ਬਹਾਲ ਦਿੰਦੇ ਸਨ ਭਈ ਉਹ ਹੈਕਲ ਵਿੱਚ ਜਾਣ ਵਾਲਿਆਂ ਕੋਲੋਂ ਪਿੱਛਾ ਮੰਗੇ। ਜਾਂ ਉਸਨੇ ਪਤਰਸ ਤੇ ਯਹੂਨਾ ਨੂੰ ਹੈਕਲ ਵਿੱਚ ਜਾਂਦਿਆਂ ਵੇਖਿਆ ਤਾਂ ਉਹਨਾਂ ਤੋਂ ਪਿੱਛਾ ਮੰਗੀ। ਤਦੋਂ ਪਤਰਸ ਨੇ ਯਹੂਨਾ ਦੇ ਨਾਲ ਉਹਨੂੰ ਧਿਆਨ ਨਾਲ ਵੇਖ ਕੇ ਆਖਿਆ, ਸਾਡੀ ਵੱਲ ਵੇਖ। ਤਾਂ ਉਹਨੇ ਉਹਨਾਂ ਕੋਲੋਂ ਕੁਝ ਲੱਭਣ ਦੀ ਆਸ ਕਰਕੇ ਉਹਨਾਂ ਵੱਲ ਧਿਆਨ ਕੀਤਾ। ਪਰ ਪਤਰਸ ਨੇ ਆਖਿਆ, ਸੋਨਾ ਚਾਂਦੀ ਤਾਂ ਮੇਰੇ ਕੋਲ ਨਹੀਂ, ਪਰ ਜੋ ਕੁਝ ਮੇਰੇ ਕੋਲ ਹੈ ਮੈਂ ਤੈਨੂੰ ਦਿੰਦਾ ਹਾਂ। ਯਿਸੂ ਮਸੀਹ ਨਾਸੀ ਦੇ ਨਾਮ ਵਿੱਚ ਨਾਲ ਤੁਰ ਫਿਰ। ਤਾਂ ਉਸਨੇ ਉਹਦਾ ਹੱਥ ਫੜ ਕੇ ਉਹਨੂੰ ਉਠਾਇਆ। ਉਸੇ ਵੇਲੇ ਉਹਦੇ ਪੈਰ ਅਰ ਗਿੱਟੇ ਤਕੜੇ ਹੋ ਗਏ। ਉਹ ਕੁੱਦਦਾ ਹੋਇਆ ਖੜਾ ਹੋਇਆ ਤੇ ਤੁਰਨ ਲੱਗਾ ਤੇ ਤੁਰਦਾ ਹੋਇਆ ਛਾਲਾਂ ਮਾਰਦਾ ਤੇ ਪਰਮੇਸ਼ਰ ਦੀ ਉਸਤਤ ਕਰਦਾ ਹੋਇਆ ਉਹਨਾਂ ਦੇ ਨਾਲ ਹੈਕਲ ਵਿੱਚ ਗਿਆ। ਸਭਨਾਂ ਲੋਕਾਂ ਨੇ ਉਹਨੂੰ ਉਸ ਜਮਾਨੂ ਲੰਗੇ ਨੂੰ ਤੁਰਦਾ ਤੇ ਪਰਮੇਸ਼ਰ ਦੀ ਉਸਤਤ ਕਰਦੇ ਵੇਖਿਆ ਅਤੇ ਉਹਨੂੰ ਪਛਾਣ ਲਿਆ ਭਈ ਇਹ ਉਹ ਹੈ ਜਿਹੜਾ ਹੈਕਲ ਦੇ ਸੋਹਣੇ ਫਾਟਕ ਉੱਤੇ ਪਿੱਛਾ ਨੂੰ ਮੰਗਣ ਲਈ ਬਹਿੰਦਾ ਹੁੰਦਾ ਸੀ। ਅਤੇ ਜੋ ਉਹਦੇ ਨਾਲ ਹੋਇਆ ਉਹ ਉਸ ਤੋਂ ਡਾਢੇ ਹੈਰਾਨ ਹੋਏ ਅਤੇ ਅਚਰਜ ਮੰਨਿਆ। ਅੱਗੇ ਲਿਖਦੇ ਹੈ 3:11 ਵਿੱਚ, ਜਿਸ ਵੇਲੇ ਉਹ ਪਤਰਸ ਤੇ ਯਹੂਨਾ ਨੂੰ ਚਿੰਬੜਦਾ ਜਾਂਦਾ ਸੀ ਸਾਰੇ ਲੋਕ ਬਹੁਤ ਤੰਗ ਹੋਏ। ਉਸ ਦਲਾਨ ਵਿੱਚ ਜਿਹੜਾ ਸੁਲੇਮਾਨ ਦਾ ਸਦੀ ਦਾ ਹੈ ਉਹਨਾਂ ਕੋਲ ਦੌੜ ਆਏ। ਇਹ ਵੇਖ ਕੇ ਪਤਰਸ ਨੇ ਲੋਕਾਂ ਨੂੰ ਅੱਗੋਂ ਆਖਿਆ ਕਿ ਹੇ ਇਸਰਾਏਲੀਓ ਐਸ ਮਨੁੱਖ ਉੱਤੇ ਤੁਸੀਂ ਕਿਉਂ ਅਚਰਜ ਮੰਨਦੇ ਹੋ ਅਤੇ ਸਾਡੇ ਵੱਲ ਕਿਉਂ ਤੱਕ ਰਹੇ ਹੋ ਭਈ ਜਾਣੀਦਾ ਅਸੀਂ ਆਪਣੀ ਸਮਰੱਥਾ ਨਾਲ ਭਗਤੀ ਨਾਲ ਇਹਨੂੰ ਤੁਰਨ ਦੀ ਸ਼ਕਤੀ ਦਿੱਤੀ। ਸਵਾਲ ਕਰਦੇ ਆ ਅੱਗੇ ਫਿਰ ਉਹ ਆਖਦਾ ਹੈ ਕਿ ਅਬਰਾਹਮ ਅਤੇ ਇਸਾਕ ਤੇ ਯਾਕੂਬ ਦੇ ਪਰਮੇਸ਼ਰ ਨੇ ਅਰਥਾਤ ਸਾਡੇ ਪਿਓ ਦਾਦਿਆਂ ਦੇ ਪਰਮੇਸ਼ਰ ਨੇ ਆਪਣੇ ਸੇਵਕ ਯਿਸੂ ਦੀ ਵਡਿਆਈ ਕੀਤੀ, ਜਿਹਨੂੰ ਤੁਸਾਂ ਹਵਾਲੇ ਕੀਤਾ ਅਤੇ ਪਿਲਾਤੁਸ ਦੇ ਸਾਹਮਣੇ ਉਸ ਤੋਂ ਇਨਕਾਰ ਕੀਤਾ ਜਾਂ ਉਸਨੇ ਉਸ ਨੂੰ ਛੱਡ ਦੇਣ ਦੀ ਦਲੀਲ ਕੀਤੀ। ਪਰ ਤੁਸਾਂ ਉਸ ਪਵਿੱਤਰ ਪੁਰਖ ਨੂੰ ਉਸ ਪਵਿੱਤਰ ਅਤੇ ਧਰਮੀ ਪੁਰਖ ਤੋਂ ਇਨਕਾਰ ਕੀਤਾ, ਪ੍ਰਭੂ ਯਿਸੂ ਤੋਂ ਇਨਕਾਰ ਕੀਤਾ ਅਤੇ ਚਾਹਿਆ ਭਈ ਇੱਕ ਖੂਨੀ ਤੁਹਾਡੇ ਲਈ ਛੱਡਿਆ ਜਾਵੇ। ਪਰ ਜਿਉਣ ਦੇ ਕਰਤਾ ਨੂੰ ਮਾਰ ਸੁੱਟਿਆ, ਜਿਹਨੂੰ ਪਰਮੇਸ਼ਰ ਨੇ ਮੁਰਦਿਆਂ ਵਿੱਚੋਂ ਜਵਾਲਿਆ ਅਤੇ ਅਸੀਂ ਇਸ ਗੱਲ ਦੇ ਗਵਾਹ ਹਾਂ। ਉਸ ਦੇ ਨਾਮ ਉੱਤੇ ਨਿਹਚਾ ਕਰਨ ਕਰਕੇ ਉਹਦੇ ਨਾਮ ਨੇ ਪ੍ਰਭੂ ਯਿਸੂ ਮਸੀਹ ਦੇ ਨਾਮ ਨੇ ਐਸ ਮਨੁੱਖ ਨੂੰ ਜਿਹਨੂੰ ਤੁਸੀਂ ਵੇਖਦੇ ਅਤੇ ਜਾਣਦੇ ਹੋ ਤਗੜਾ ਕੀਤਾ। ਅਸੀਂ ਨਹੀਂ, ਪ੍ਰਭੂ ਯਿਸੂ ਮਸੀਹ ਦੇ ਨਾਮ ਨੇ ਇਹਨੂੰ ਤਗੜਾ ਕੀਤਾ। ਓਕੇ, ਹਾਂ, ਉਸੇ ਨੇਚਾ ਨੇ ਜਾਂ ਉਸ ਵਿਸ਼ਵਾਸ ਨੇ ਜਿਹੜੀ ਉਸ ਦੇ ਦੁਆਰੇ ਤੋਂ ਹੈ ਪੂਰੀ ਤੰਦਰੁਸਤੀ ਸਭਨਾਂ ਦੇ ਸਾਹਮਣੇ ਇਸ ਮਨੁੱਖ ਨੂੰ ਦਿੱਤੀ। ਅਤੇ ਹੁਣ ਸੁਣੋ ਭਾਈਓ, ਸੁਣੋ ਧਿਆਨ ਨਾਲ ਮੇਰੇ ਵੀਰੋ, ਮੇਰੀਆਂ ਭੈਣੋ, ਮੇਰੇ ਬਜ਼ੁਰਗੋ, ਮੇਰੇ ਬੱਚਿਓ।
ਅੱਗੇ ਜਿਹੜਾ ਹੈ ਰਸੂਲਾਂ ਦੇ ਕਿਤਾਬ 3 ਚੈਪਟਰ ਤੇ ਉਹਦੇ ਜਿਹੜੀ ਹੈ ਹੁਣ 17 ਤੋਂ ਮੈਂ ਪੜ੍ਹ ਰਿਹਾ ਹਾਂ। ਓਕੇ, ਪਤਰ ਰਸੂਲ ਆਖਦਾ ਹੈ, ਹੁਣ ਹੇ ਭਾਈਓ, ਮੈਂ ਜਾਣਦਾ ਹਾਂ ਜੋ ਤੁਸੀਂ ਅਣਜਾਣਪੁਣੇ ਨਾਲ ਇਹ ਕੀਤਾ, ਜਿਵੇਂ ਤੁਹਾਡੇ ਸਰਦਾਰਾਂ ਨੇ ਵੀ ਕੀਤਾ, ਪਰ ਜਿਨ੍ਹਾਂ ਗੱਲਾਂ ਦੀ ਪਰਮੇਸ਼ਰ ਨੇ ਸਭਨਾ ਨਬੀਆਂ ਦੀ ਜਵਾਨੀ ਅਗੇਤਰੀ ਖਬਰ ਦਿੱਤੀ ਸੀ ਕਿ ਮੇਰਾ ਮਸੀਹ ਨੇ ਦੁੱਖ ਝੱਲਣਾ ਹੈ, ਸੋ ਉਸਨੇ ਇਉਂ ਪੂਰੀਆਂ ਕੀਤੀਆਂ। ਇਸ ਲਈ ਤੋਬਾ ਕਰੋ, ਮੁੜੋ, ਭਈ ਤੁਹਾਡੇ ਪਾਪ ਮਿਟਾਏ ਜਾਣ, ਤਾਂ ਜੋ ਪ੍ਰਭੂ ਦੇ ਹਜ਼ੂਰੋਂ ਸੁਖ ਦੇ ਦਿਨ ਆਉਣ। ਸੋ ਇਸ ਲਈ ਜਿਹੜੇ ਪਤਰ ਰਸੂਲ ਜੀ ਇਹ ਆਖਦੇ ਹਨ ਕਿ ਤੁਹਾਡੇ ਪਾਪ ਮਿਟਾਏ ਜਾਣ। ਤੁਸੀਂ ਜੋ ਕੁਝ ਕੀਤਾ ਹੈ, ਸਲੀਬ ਤੇ ਚੜਾਇਆ, ਉਹ ਸਭ ਜਿਹੜਾ ਹੈ ਤੁਸੀਂ ਅਣਜਾਣਪੁਣੇ ਨਾਲ ਕੀਤਾ। ਮੈਂ ਇਸ ਗੱਲ ਨੂੰ ਜਾਣਦਾ ਹਾਂ, ਪਰ ਇਸ ਗੱਲ ਨੂੰ ਯਾਦ ਰੱਖੋ ਕਿ ਇਹ ਗੱਲਾਂ ਜਿਹੜੀਆਂ ਨਬੀਆਂ ਦੇ ਜਵਾਨੀ ਅਗੇਤੀਆਂ ਹੀ ਆਖੀਆਂ ਸੀ ਕਿ ਮਸੀਹ ਨੇ ਮੇਰਾ ਦੁੱਖ ਝੱਲਣਾ ਹੈ, ਉਹ ਪੂਰੀਆਂ ਕੀਤੀਆਂ। ਇਸ ਲਈ ਤੋਬਾ ਕਰੋ, ਭਈ ਤੁਹਾਡੇ ਪਾਪ ਮਿਟਾਏ ਜਾਣ, ਤਾਂ ਜੋ ਪ੍ਰਭੂ ਯਿਸੂ ਮਸੀਹ, ਉੱਥੇ ਯਿਸੂ ਮਸੀਹ ਨਹੀਂ ਲਿਖਿਆ ਪਰ ਪ੍ਰਭੂ ਇਕੱਲਾ ਲਿਖਿਆ, ਪਰ ਹੈ ਇਹੋ ਹੀ ਆ ਕਿ ਪ੍ਰਭੂ ਯਿਸੂ ਦੇ ਹਜ਼ੂਰੋਂ ਸੁੱਖ ਦੇ ਦਿਨ ਆਉਣ। ਸੋ ਪਵਿੱਤਰ ਬਾਈਬਲ ਦੇ ਅਨੁਸਾਰ ਇਹ ਚੈਪਟਰ ਦੱਸਦੇ ਨੇ, ਬਚਨ ਦੱਸਦੇ ਹਨ ਕਿ ਉਹਨਾਂ ਸਲੀਬ ਤੇ ਚੜਾਉਣ ਵਾਲੇ ਲੋਕਾਂ ਨੂੰ ਪ੍ਰਭੂ ਯਿਸੂ ਨੇ ਮਾਫ ਨਹੀਂ ਕੀਤਾ, ਬਲਕਿ ਪ੍ਰਭੂ ਯਿਸੂ ਮਸੀਹ ਜੀ ਨੇ ਉਹਨਾਂ ਲਈ ਪ੍ਰਾਰਥਨਾ ਕੀਤੀ, ਕਿਉਂਕਿ ਪ੍ਰਭੂ ਯਿਸੂ ਨੇ ਇਸ ਗੱਲ ਨੂੰ ਪਹਿਲਾਂ ਹੀ ਆਪਣੇ ਪਵਿੱਤਰ ਬਚਨਾਂ ਵਿੱਚ ਆਖਿਆ ਸੀ ਕਿ ਦੇਖੋ ਬਿਆਨ ਆਪਾਂ ਪੜ੍ਹਦੇ ਹਾਂ ਜਿਹੜਾ ਕਿ ਮੱਤੀ ਦੀ ਅੰਜੀਲ ਵਿੱਚ ਉਹਦਾ 5ਵਾਂ ਚੈਪਟਰ ਹੈ, ਜਿਸ ਵਿੱਚ ਉਹ ਆਪਣੇ ਚੇਲਿਆਂ ਨੂੰ ਸਿੱਖਿਆ ਦਿੰਦੇ ਹਨ। ਕੀ ਕਹਿੰਦੇ ਹਨ? ਪ੍ਰਭੂ ਯਿਸੂ ਮਸੀਹ ਜੀ ਨੇ ਮੱਤੀ ਦੀ 43 ਵਿੱਚ ਆਖਿਆ ਕਿ ਤੁਸੀਂ ਸੁਣਿਆ ਹੈ ਜੋ ਇਹ ਕਿਹਾ ਗਿਆ ਸੀ ਕਿ ਤੂੰ ਆਪਣੇ ਗੁਆਂਢੀ ਨਾਲ ਪਿਆਰ ਕਰ ਅਤੇ ਆਪਣੇ ਵੈਰੀ ਨਾਲ ਵੈਰ ਰੱਖ, ਪਰ ਮੈਂ ਤੁਹਾਨੂੰ ਆਖਦਾ ਹਾਂ, ਸੁਣੋ, ਪਰ ਮੈਂ ਤੁਹਾਨੂੰ ਆਖਦਾ ਕਿ ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ ਜੋ ਸਤਾਉਣ ਉਹਨਾਂ ਲਈ ਪ੍ਰਾਰਥਨਾ ਕਰੋ, ਤਾਂ ਜੋ ਤੁਸੀਂ ਆਪਣੇ ਪਿਤਾ ਦੇ ਜਿਹੜਾ ਸੁਰਗ ਵਿੱਚ ਹੈ ਪੁੱਤਰ ਹੋਵੋ, ਕਿਉਂ ਜੋ ਆਪਣਾ ਸੂਰਜ ਬੁਰਿਆਂ ਅਤੇ ਭਲਿਆਂ ਉੱਤੇ ਚੜ੍ਹਦਾ ਹੈ ਅਤੇ ਧਰਮੀਆਂ ਅਤੇ ਕੁਧਰਮੀਆਂ ਤੇ ਮੀਂਹ ਵਰਸਾਉਂਦਾ ਹੈ। ਸੁਣਨ ਦੀ, ਇਸ ਨੂੰ ਯਾਦ ਰੱਖਣ ਦੀ ਲੋੜ ਹੈ, ਧਿਆਨ ਦੇਣ ਦੀ ਲੋੜ ਹੈ, ਬਚਨਾਂ ਨੂੰ ਜਾਣਨ ਦੀ ਲੋੜ ਹੈ। ਪ੍ਰਭੂ ਯਿਸੂ ਮਸੀਹ ਜੀ ਨੇ ਪ੍ਰਾਰਥਨਾ ਕਰਨ ਲਈ ਆਖਿਆ ਸੀ, ਪ੍ਰਾਰਥਨਾ ਕੀਤੀ ਸੀ, ਜਿਵੇਂ ਉਹ ਚੇਲਿਆਂ ਨੂੰ ਵੀ ਆਖਦੇ ਹਨ ਕਿ ਜੋ ਤੁਹਾਨੂੰ ਸਤਾਉਣ ਉਹਨਾਂ ਲਈ ਪ੍ਰਾਰਥਨਾ ਕਰੋ। ਇਸ ਲਈ ਉਹਨਾਂ ਨੇ ਪ੍ਰਾਰਥਨਾ ਕੀਤੀ ਸੀ, ਮਾਫ ਨਹੀਂ ਕੀਤਾ ਸੀ, ਨਹੀਂ ਤਾਂ ਕੋਈ ਲੋੜ ਨਹੀਂ ਸੀ ਕਿ ਬਾਈਬਲ ਵਿੱਚ ਵਾਰ-ਵਾਰ ਲਿਖਿਆ ਜਾਂਦਾ ਕਿ ਤੋਬਾ, ਉਹਨਾਂ ਨੂੰ ਆਖਿਆ ਜਾਂਦਾ ਕਿ ਤੋਬਾ ਕਰੋ ਅਤੇ ਆਪਣੇ ਪਾਪਾਂ ਦੀ ਮਾਫੀ ਲਈ ਤੋਬਾ ਕਰੋ, ਤਾਂ ਜੋ ਪ੍ਰਭੂ ਯਿਸੂ ਮਸੀਹ ਦੇ ਹਜ਼ੂਰੋਂ ਤੁਹਾਡੇ ਲਈ ਸੁੱਖ ਦੇ ਦਿਨ ਆਉਣ, ਤੁਹਾਨੂੰ ਪ੍ਰਭੂ ਯਿਸੂ ਜੀ ਤੁਹਾਡੇ ਇਹ ਗੁਨਾਹ ਮਾਫ ਕਰ ਦੇਣ। ਕਿਉਂਕਿ ਬਾਈਬਲ ਵਿੱਚ ਲਿਖਿਆ ਹੈ ਕਿ ਪ੍ਰਭੂ ਯਿਸੂ, ਜੇ ਅਸੀਂ ਮੱਤੀ ਦੀ 9ਵਾਂ ਚੈਪਟਰ ਪੜ੍ਹੀਏ, ਉਸ ਦੀ 9 ਦੇ 1 ਤੋਂ 8 ਵਿੱਚ ਪੜ੍ਹੀਏ, ਲਿਖਿਆ ਹੈ ਪ੍ਰਭੂ ਯਿਸੂ ਜੀ ਕਹਿੰਦੇ ਧਰਤੀ ਉੱਤੇ ਮਨੁੱਖ ਦੇ ਪੁੱਤਰ ਨੂੰ, ਪ੍ਰਭੂ ਯਿਸੂ ਮਸੀਹ ਨੂੰ, ਮੈਨੂੰ ਜਿਹੜਾ ਹੈਗਾ ਉਹ ਆਖਦੇ ਨੇ ਕਿ ਧਰਤੀ ਉੱਤੇ ਮੈਨੂੰ ਪਾਪ ਮਾਫ ਕਰਨ ਦਾ ਅਖਤਿਆਰ ਹੈ, ਕਿਉਂਕਿ ਉਸ ਇੱਕ ਅਧਰੰਗੀ ਨੂੰ 4 ਲੋਕ ਪ੍ਰਭੂ ਯਿਸੂ ਕੋਲ ਲਿਆਏ ਤਾਂ ਜੋ ਪ੍ਰਭੂ ਯਿਸੂ ਉਹਦੇ ਤੇ ਧਿਆਨ ਕਰਨ। ਤਾਂ ਉਸ ਵਕਤ ਪ੍ਰਭੂ ਯਿਸੂ ਨੇ ਉਸ ਅਧਰੰਗੀ ਨੂੰ ਆਖਿਆ, ਏ ਪੁੱਤਰ, ਤੇਰੇ ਪਾਪ ਮਾਫ ਹੋਏ, ਉੱਠ ਅਤੇ ਆਪਣੀ ਮੰਜੀ ਲੈ ਕੇ ਘਰ ਨੂੰ ਚਲਿਆ ਜਾ। ਤਾਂ ਉਸ ਵਕਤ ਦੇ ਜਿਹੜੇ ਯਹੂਦੀ ਫਰੀਸੀ ਵਿਦਵਾਨ ਲੋਕ ਸਨ, ਉਹ ਮਨ ਵਿੱਚ ਆਖਣ ਲੱਗੇ ਕਿ ਇਹ ਕੌਣ ਹੈ ਜੋ ਕੁਫਰ ਬਕਦਾ ਹੈ, ਕਿਉਂਕਿ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਗੁਨਾਹ ਮਾਫ ਨਹੀਂ ਕਰ ਸਕਦਾ ਹੈ। ਤਾਂ ਉਸ ਵਕਤ ਉਹਨਾਂ ਦੇ ਵਿਚਾਰਾਂ ਨੂੰ ਜਾਣ ਕੇ, ਦਿਲ ਦੇ ਵਿਚਾਰਾਂ ਨੂੰ ਜਾਣ ਕੇ ਪ੍ਰਭੂ ਯਿਸੂ ਮਸੀਹ ਜੀ ਆਖਦੇ ਕਿ ਤੁਸੀਂ ਆਪਣੇ ਦਿਲਾਂ ਵਿੱਚ ਇਹ ਵਿਚਾਰ ਕਿਉਂ ਕਰਦੇ ਹੋ
ਕਿ ਮੈਂ ਕੁਫਰ ਬੋਲਦਾ ਹਾਂ, ਪਰ ਯਾਦ ਰੱਖੋ ਤੁਸੀਂ ਇਸ ਗੱਲ ਨੂੰ ਜਾਣੋ। ਇਸ ਲਈ ਮੈਂ ਤੁਹਾਨੂੰ ਆਖਦਾ ਕਿ ਕਿਹੜੀ ਗੱਲ ਸਿਖਾਲੀ ਆ, ਇਹ ਆਖਣਾ ਜੋ ਤੇਰੇ ਪਾਪ ਮਾਫ ਹੋਏ, ਜਾਂ ਇਹ ਕਿ ਉਸ ਅਧਰੰਗੀ ਨੂੰ ਆਖਣਾ ਕਿ ਉੱਠ ਆਪਣੀ ਮੰਜੀ ਚੁੱਕ ਅਤੇ ਘਰ ਨੂੰ ਚਲਿਆ ਜਾ। ਪ੍ਰਭੂ ਯਿਸੂ ਜੀ ਆਖਦੇ ਹਨ ਕਿ ਮੈਂ ਇਸ ਅਧਰੰਗੀ ਨੂੰ ਆਖਦਾ ਹਾਂ। ਉਸ ਨੇ ਅਧਰੰਗੀ ਨੂੰ ਫਿਰ ਆਖਿਆ ਵੀ ਕਿ ਉੱਠ ਅਤੇ ਆਪਣੀ ਮੰਜੀ ਚੁੱਕ, ਤਾਂ ਜੋ ਤੁਹਾਨੂੰ ਇਸ ਗੱਲ ਦਾ ਜਿਹੜਾ ਸਬੂਤ ਮਿਲ ਜਾਏ ਕਿ ਧਰਤੀ ਦੇ ਉੱਤੇ ਮੈਨੂੰ ਪਾਪ ਮਾਫ ਕਰਨ ਦਾ ਇਖਤਿਆਰ ਹੈ। ਤਾਂ ਉਸਨੇ ਉਸ ਅਧਰੰਗੀ ਨੂੰ ਆਖਿਆ, ਉੱਠ ਅਤੇ ਆਪਣੀ ਮੰਜੀ ਚੁੱਕ ਅਤੇ ਘਰ ਨੂੰ ਚਲਿਆ ਜਾ। ਉਹ ਅਧਰੰਗੀ ਉੱਠਿਆ ਅਤੇ ਆਪਣੀ ਮੰਜੀ ਚੁੱਕ ਕੇ ਘਰ ਨੂੰ ਚਲੇ ਗਿਆ। ਤਦ ਲੋਕਾਂ ਨੇ ਪ੍ਰਭੂ ਯਿਸੂ ਮਸੀਹ ਦੇ ਪਰਮੇਸ਼ਰ ਦੀ ਵਡਿਆਈ ਕੀਤੀ ਅਤੇ ਆਖਿਆ ਕਿ ਧਰਤੀ ਉੱਤੇ ਮਨੁੱਖਾਂ ਨੂੰ ਪ੍ਰਭੂ ਯਿਸੂ ਨੂੰ ਐਡਾ ਵੱਡਾ ਕਰ ਦਿੱਤਾ, ਪਰ ਉਹ ਤਾਂ ਹੈ ਖੁਦ ਪਰਮੇਸ਼ਰ ਸਨ, ਕਿਉਂਕਿ ਉਹਨਾਂ ਵਾਰ-ਵਾਰ ਲਿਖਿਆ ਹੈ ਕਿ ਪੌਲੁਸ ਕਹਿੰਦਾ ਤੁਸੀਂ ਵੀ ਜੇ ਕੋਈ ਗਿਲਾ ਆਪਣੇ ਭੈਣ ਭਰਾ ਤੇ ਰੱਖਦਾ ਹੋਵੇ ਤਾਂ ਉਹਨੂੰ ਮਾਫ ਕਰੋ, ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਵੀ ਤੁਹਾਨੂੰ ਮਾਫ ਕੀਤਾ। ਲਿਖਿਆ ਹੈ ਕੁਰੰਥੀਆਂ 2 ਦੇ 5ਵਾਂ ਚੈਪਟਰ, ਦੂਸਰਾ ਕੁਰੰਥੀਆਂ 5ਵਾਂ ਚੈਪਟਰ ਵਿੱਚ ਲਿਖਿਆ 7 ਕਿ ਲਿਖਿਆ ਜੋ ਕੋਈ ਮਸੀਹ ਵਿੱਚ ਹੈ ਤਾਂ ਇੱਕ ਨਵੀਂ ਸ੍ਰਿਸ਼ਟੀ ਹੈ, ਪੁਰਾਣੀਆਂ ਗੱਲਾਂ ਜਾਂਦੀਆਂ ਰਹੀਆਂ, ਕਿਉਂਕਿ ਪੁਰਾਣੀਆਂ ਗੱਲਾਂ ਜਾਂਦੀਆਂ ਰਹੀਆਂ। ਅੱਗੇ ਦੇਖੋ ਮੈਂ ਪੜ੍ਹ ਕੇ ਸੁਣਾਉਣਾ ਹੈ ਤੁਹਾਨੂੰ। ਲਿਖਿਆ ਹੈ ਕਿ ਪੁਰਾਣੀਆਂ ਗੱਲਾਂ ਜਾਂਦੀਆਂ ਰਹੀਆਂ, ਵੇਖੋ ਉਹ ਨਵੀਆਂ ਹੋ ਗਈਆਂ, ਪਰ ਸਾਰੀਆਂ ਗੱਲਾਂ ਪਰਮੇਸ਼ਰ ਤੋਂ ਹਨ, ਜਿਹਨੇ ਮਸੀਹ ਦੇ ਰਾਹੀਂ ਸਾਨੂੰ ਆਪਣੇ ਨਾਲ ਮਿਲਾ ਲਿਆ ਅਤੇ ਮਿਲਾਪ ਦੀ ਖੁਸ਼ਖਬਰੀ ਸਾਨੂੰ ਦਿੱਤੀ, ਅਰਥਾਤ ਪਰਮੇਸ਼ਰ ਮਸੀਹ ਵਿੱਚ ਹੋ ਕੇ ਜਗਤ ਨੂੰ ਆਪਣੇ ਨਾਲ ਮਿਲਾ ਰਿਹਾ ਸੀ ਅਤੇ ਉਹਨਾਂ ਦੇ ਅਪਰਾਧਾਂ ਦਾ ਲੇਖਾ ਨਹੀਂ ਕਰਦਾ ਸੀ। ਉਸ ਨੇ ਮੇਲ ਮਿਲਾਪ ਦਾ ਬਚਨ ਸਾਨੂੰ ਸੌਂਪ ਦਿੱਤਾ। ਸੋ ਪ੍ਰਭੂ ਯਿਸੂ ਜੀ ਨੂੰ ਇਸ ਧਰਤੀ ਉੱਤੇ ਪਾਪ ਮਾਫ ਕਰਨ ਦਾ ਅਖਤਿਆਰ ਹੈ, ਪਰ ਮਾਫੀ ਦਾ ਸਿਧਾਂਤ ਹੈ। ਲਿਖਿਆ ਹੈ ਜੋ ਕੋਈ ਪ੍ਰਭੂ ਯਿਸੂ ਇੱਕ ਵਾਰੀ ਜਿਹੜੇ ਹੈ ਜੋ ਕੋਈ ਮਾਫੀ ਮੰਗੇਗਾ, ਕਿਉਂ ਲਿਖਿਆ ਕਿ ਤੋਬਾ ਕਰੋ ਵੀ ਤੋਬਾ ਕਰੋ ਤੇ ਜਿਹੜਾ ਹੈ ਉਸ ਤੋਂ ਆਪਣੇ ਪਾਪਾਂ ਦੀ ਮਾਫੀ ਲਈ ਪਹਿਲਾਂ ਪਾਪਾਂ ਦਾ ਇਕਰਾਰ ਕਰੋ, ਉਹਨਾਂ ਤੋਂ ਤੋਬਾ ਕਰੋ, ਛੱਡ ਦੇਣ ਦਾ ਇਤਕਾਰ ਕਰੋ, ਮਾਫੀ ਮੰਗੋ ਕਿ ਹੇ ਪ੍ਰਭੂ ਮੇਰੇ ਪਾਪ ਮਾਫ ਕਰ। ਤਾਂ ਜੇ ਪ੍ਰਭੂ ਯਿਸੂ ਜੀ ਜੇ ਤੁਸੀਂ ਮਾਫੀ ਮੰਗੋਗੇ ਤਾਂ ਪ੍ਰਭੂ ਯਿਸੂ ਜੀ ਨੇ ਆਪਣੇ ਜਿਹੜੀ ਹੈ ਪ੍ਰਾਰਥਨਾ ਦੇ ਵਿੱਚ ਆਪਣੇ ਚੇਲਿਆਂ ਨੂੰ ਸਿਖਾਇਆ ਸੀ, ਉਸ ਦੇ ਬਾਰੇ ਅਸੀਂ ਚੱਲਦੇ ਹਾਂ। ਪ੍ਰਭੂ ਯਿਸੂ ਮਸੀਹ ਜੀ ਆਖਦੇ ਹਨ ਕਿ ਤੁਸੀਂ ਇਸ ਵਿਧ ਨਾਲ ਪ੍ਰਾਰਥਨਾ ਕਰੋ। ਕਿਹੜੀ ਵਿਧਿਆ? ਲਿਖਿਆ ਇਹ ਸਾਡੇ ਪਿਤਾ ਜਿਹੜਾ ਸੁਰਗ ਵਿੱਚ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਪੂਰੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦਿਓ, ਸਾਡੇ ਕਰਜ਼ ਸਾਨੂੰ ਮਾਫ ਕਰੋ ਜਿਵੇਂ ਅਸਾਂ ਵੀ ਆਪਣੇ ਕਰਜ਼ਾਈਆਂ ਨੂੰ ਮਾਫ ਕੀਤਾ, ਅਤੇ ਸਾਨੂੰ ਪ੍ਰਤਾਵੇ ਵਿੱਚ ਨਾ ਲਿਆ ਸਗੋਂ ਬੁਰਾਈ ਤੋਂ ਬਚਾ, ਕਿਉਂਕਿ ਜੇ ਤੁਸੀਂ ਮਨੁੱਖਾਂ ਨੂੰ ਪ੍ਰਭੂ ਯਿਸੂ ਜੀ ਫਿਰ ਆਖਦੇ ਹਨ ਕਿ ਕਿਉਂਕਿ ਜੇ ਤੁਸੀਂ ਮਨੁੱਖਾਂ ਨੂੰ ਉਹਨਾਂ ਦੇ ਅਪਰਾਧ ਮਾਫ ਕਰ ਦਿਓ ਤਾਂ ਤੁਹਾਡਾ ਪਿਤਾ ਤੁਹਾਨੂੰ ਵੀ ਮਾਫ ਕਰ ਦੇਵੇਗਾ, ਪਰ ਜੇ ਤੁਸੀਂ ਮਨੁੱਖਾਂ ਨੂੰ ਉਹਨਾਂ ਦੇ ਅਪਰਾਧ ਮਾਫ ਨਾ ਕਰੋ ਤਾਂ ਤੁਹਾਡਾ ਸੁਰਗੀ ਪਿਤਾ ਵੀ ਤੁਹਾਨੂੰ ਅਪਰਾਧ ਮਾਫ ਨਹੀਂ ਕਰੇਗਾ। ਸਾਡਾ ਸੁਰਗੀ ਪਿਤਾ ਯਿਸੂ ਮਸੀਹ ਜਿਹਨੂੰ ਧਰਤੀ ਦੇ ਉੱਤੇ ਪਾਪ ਮਾਫ ਕਰਨ ਦਾ ਇਖਤਿਆਰ ਹੈ, ਉਹ ਸਾਡੇ ਪਾਪ ਮਾਫ ਕਰ ਦੇਵੇਗਾ। ਇਸ ਲਈ ਤੁਸੀਂ ਆਪਣੇ ਸਤਾਉਣ ਵਾਲਿਆਂ ਲਈ ਪ੍ਰਾਰਥਨਾ ਕਰ ਸਕਦੇ ਹੋ, ਪਰ ਤੁਸੀਂ ਕਦੇ ਵੀ ਪਰਮੇਸ਼ਰ ਜੀ ਦੇ ਵਿਰੁੱਧ ਕੀਤੇ ਪਾਪ ਕਿਸੇ ਵੀ ਇਨਸਾਨ ਦੇ ਮਾਫ ਨਹੀਂ ਕਰ ਸਕਦੇ ਹੋ। ਅਤੇ ਪਾਪ ਮਾਫ ਕਰਨ ਦਾ ਸਿਧਾਂਤ ਇਸ ਤਰੀਕੇ ਨਾਲ ਹੈ, ਕਿਉਂਕਿ ਪ੍ਰਭੂ ਯਿਸੂ ਜੀ ਨੂੰ ਇੱਕ ਵਾਰ ਜਿਹੜਾ ਹੈ ਪਤਰਸ ਨੇ ਸਵਾਲ ਕੀਤਾ ਕਿ ਹੇ ਪ੍ਰਭੂ ਜੀ, ਜਿਹੜਾ ਹੈ ਮੈਂ ਪੜ੍ਹ ਕੇ ਸੁਣਾਉਣਾ ਚਾਹੁੰਦਾ ਹਾਂ। ਲਿਖਿਆ ਹੈ ਤਦ ਪਤਰਸ ਕੋਲ ਆਣ ਕੇ ਉਹਨੂੰ ਕਿਹਨੂੰ ਆਖਿਆ? ਪ੍ਰਭੂ ਯਿਸੂ ਨੂੰ ਆਖਿਆ, ਪ੍ਰਭੂ ਜੀ ਮੇਰਾ ਭਾਈ ਕਿੰਨੀ ਵਾਰੀ ਮੇਰਾ ਪਾਪ ਕਰੇ ਅਤੇ ਮੈਂ ਉਹਨੂੰ ਮਾਫ ਕਰਾਂ? ਕੀ
ਕਿ 7 ਵਾਰ ਤੀਕਰ? ਯਿਸੂ ਨੇ ਉਹਨੂੰ ਉੱਤਰ ਦਿੱਤਾ, ਮੈਂ ਤੈਨੂੰ 7 ਵਾਰ ਤੀਕਰ ਨਹੀਂ ਆਖਦਾ, ਪਰ 70 ਦੇ 7 ਗੁਣਾ ਤੀਕਰ। ਸੋ ਪ੍ਰਭੂ ਯਿਸੂ ਜੀ ਕਹਿੰਦੇ ਨੇ ਕਿ ਮਾਫ ਕਰੋ, 7 ਵਾਰੀ ਨਹੀਂ ਪਤਰਸ ਨੂੰ ਆਖਦੇ, ਪਰ ਫਿਰ 70 ਦੇ 7 ਵਾਰੀ। 70 ਦੇ 7 ਬਹੁਤ ਵਾਰੀ ਮੀਨ ਹੈ ਕਿ ਉਹ ਜੇ ਪਾਪ ਕਰਦਾ ਹੈ ਤਾਂ ਉਸ ਨੂੰ ਮਾਫ ਕਰੋ। ਪਰ ਮਾਫ ਕਰਨ ਦਾ ਵਿਧੀ ਵੀ ਉਹਨਾਂ ਨੇ ਦੱਸੀ ਹੈ ਕਿ ਕਿਵੇਂ ਮਾਫ ਕਰਨਾ ਹੈ। ਪ੍ਰਭੂ ਯਿਸੂ ਜੀ ਪਤਰਸ ਨੂੰ ਉੱਤਰ ਦਿੰਦੇ ਹਨ, ਖਬਰਦਾਰ ਰਹੋ, ਜੇ ਤੇਰਾ ਭਾਈ ਗੁਨਾਹ ਕਰੇ, ਤੇਰਾ ਗੁਨਾਹ ਕਰੇ, ਇਹ ਨਹੀਂ ਕਿਸੇ ਹੋਰ ਦਾ, ਤੇਰਾ ਭਾਈ ਤੇਰਾ ਗੁਨਾਹ ਕਰੇ ਤਾਂ ਉਹਨੂੰ ਮਾਫ ਕਰ। ਜੇ ਉਹ ਇੱਕ ਦਿਨ ਵਿੱਚ 7 ਵਾਰੀ ਤੇਰਾ ਗੁਨਾਹ ਕਰੇ ਅਤੇ 7 ਵਾਰੀ ਤੇਰੀ ਵੱਲ ਮੂੰਹ ਕਰਕੇ ਕਹੇ ਮੈਂ ਤੋਬਾ ਕਰਦਾ ਹਾਂ, ਤਾਂ ਉਹਨੂੰ ਮਾਫ ਕਰ। ਸੋ ਇਹ ਹੈ ਤਰੀਕਾ। ਜੇ ਕੋਈ ਵੀ ਤੁਹਾਡਾ ਗੁਨਾਹ ਕਰਦਾ ਹੈ ਤਾਂ ਉਹ ਫਿਰ ਮੁੜ ਕੇ ਆਪਣੇ ਗੁਨਾਹਾਂ ਦਾ ਇਕਰਾਰ ਮਤਲਬ ਮੰਨਦਾ ਹੈ ਕਿ ਮੈਂ ਤੇਰਾ ਗੁਨਾਹ ਕੀਤਾ, ਮੈਨੂੰ ਮਾਫ ਕਰ, ਤਾਂ ਉਸ ਨੂੰ ਮਾਫ ਕਰ। ਅੱਗੇ ਪ੍ਰਭੂ ਯਿਸੂ ਜੀ ਆਖਦੇ ਹਨ, ਬੜੇ ਹੀ ਧਿਆਨ ਦਿਵਾਉਂਦੇ ਹਨ ਕਿ ਇਸੇ ਤਰ੍ਹਾਂ ਜੇ ਤੁਸੀਂ ਜਿਹੜਾ ਹੈਗਾ ਉਹਨਾਂ ਦੇ ਪਾਪ ਦਿਲੋਂ ਮਾਫ ਨਹੀਂ ਕਰੋਗੇ, ਲਿਖਿਆ ਹੈ, ਤਾਂ ਪ੍ਰਭੂ ਤੁਹਾਡਾ ਪਿਤਾ ਵੀ ਤੁਹਾਡੇ ਗੁਨਾਹ ਮਾਫ ਨਹੀਂ ਕਰੇਗਾ। ਇਸ ਲਈ ਪਰ ਅੱਜ ਦਾ ਕੀ ਹੈ ਕਿ ਬਹੁਤ ਸਾਰੇ ਲੋਕ ਅਣਜਾਣੇ ਵਿੱਚ ਪ੍ਰਭੂ ਯਿਸੂ ਦੇ ਪੂਰੇ ਬਚਨਾਂ ਨੂੰ ਨਾ ਜਾਣਦੇ ਹੋਏ ਬਿਨਾਂ ਮਾਫੀ ਮੰਗੇ ਹੀ ਲੋਕਾਂ ਨੂੰ ਮਾਫੀਆਂ ਵੰਡਦੇ ਰਹਿੰਦੇ ਹਨ। ਅਤੇ ਆਉਣ ਵਾਲਾ ਜਿਹੜਾ ਸਮਾਂ ਹੈ ਈਸਟਰ ਦਾ ਹੈ, ਬਹੁਤ ਸਾਰੇ ਲੋਕਾਂ ਨੇ ਇਸ ਨੂੰ ਪਹਿਲਾ ਕਲਮਾ ਕਹਿ ਕੇ ਕਿ ਪ੍ਰਭੂ ਯਿਸੂ ਮਸੀਹ ਨੇ ਸਲੀਬ ਉੱਤੇ ਚੜੇ ਹੋਇਆਂ ਆਪਣੇ ਵੈਰੀਆਂ ਨੂੰ ਮਾਫ ਕੀਤਾ। ਬਾਈਬਲ ਨਹੀਂ ਇਸ ਤਰ੍ਹਾਂ ਦੱਸਦੀ ਹੈ। ਬਾਈਬਲ ਦੱਸਦੀ ਹੈ ਕਿ ਪ੍ਰਭੂ ਯਿਸੂ ਮਸੀਹ ਜੀ ਨੇ ਜਿਹੜਾ ਹੈ ਕੀ ਕਿਹਾ ਸੀ, ਫਰਿਆਦ ਕੀਤੀ, ਜਿਹਨੂੰ ਆਪਾਂ ਕੀ ਕਹਿੰਦੇ ਪ੍ਰਾਰਥਨਾ ਕੀਤੀ ਸੀ, ਉਹਨਾਂ ਲਈ ਬੇਨਤੀ ਕੀਤੀ ਸੀ ਕਿ ਇਹ ਨਹੀਂ ਜਾਣਦੇ ਕਿ ਕੀ ਕਰਦੇ ਹਨ, ਕਿਉਂਕਿ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹ ਪਵਿੱਤਰ ਪੁਰਖ ਪਰਮੇਸ਼ਰ ਪਿਤਾ ਖੁਦ ਹੈ ਜਿਹੜਾ ਜਿਹਨੂੰ ਅਸੀਂ ਸਲੀਬ ਉੱਤੇ ਚੜਾ ਰਹੇ ਹਾਂ। ਇਹ ਨਹੀਂ ਉਹਨਾਂ ਨੇ ਜਾਣਿਆ ਸੀ, ਪਰ ਅਣਜਾਣੇ ਵਿੱਚ ਉਹਨਾਂ ਨੇ ਪਾਪ ਕੀਤਾ। ਉਹਨਾਂ ਨੇ, ਕਿਉਂਕਿ ਪ੍ਰਭੂ ਯਿਸੂ ਤਾਂ ਆਏ ਇਸੇ ਲਈ ਸੀ, ਲਿਖਿਆ ਆਏ ਇਸੇ ਲਈ ਸੀ, ਪਰ ਜਿਨ੍ਹਾਂ ਦੇ ਕਾਰਨ ਉਸ ਨੂੰ ਚੜਾਇਆ ਗਿਆ, ਜਿਵੇਂ ਵੇਖੀਏ ਤਾਂ ਜਿਹੜਾ ਹੈ ਯਹੂਦਾ ਇਸਕਰੀਓਤੀ ਚੁਣਿਆ ਹੋਇਆ ਪ੍ਰਭੂ ਯਿਸੂ ਦਾ ਚੇਲਾ ਸੀ, ਉਸਨੇ ਪ੍ਰਭੂ ਯਿਸੂ ਨੂੰ ਫੜਵਾਇਆ। ਕਿਉਂਕਿ ਉਹ ਫੜਵਾਇਆ ਤਾਂ ਇਸ ਲਈ ਗਿਆ, ਜਿਵੇਂ ਜ਼ਕਰਜਾ ਵਿੱਚ ਲਿਖਿਆ ਹੈ, ਜੇ ਜ਼ਕਰਿਆ ਪੜ੍ਹੋ ਉਧਰੋਂ ਤੁਸੀਂ ਮਤੀ ਦੀ ਅੰਜੀਲ ਉਹਦਾ 26 ਚੈਪਟਰ ਦੀ 14 ਤੋਂ 16 ਅਤੇ 27 ਚੈਪਟਰ 1 ਤੋਂ ਜਿਹੜਾ ਹੈ 10 ਤੱਕ ਪੜ੍ਹੋ, ਤਾਂ ਉੱਥੇ ਇਹ ਬਚਨ ਲਿਖੇ ਹਨ ਕਿ ਪ੍ਰਭੂ ਯਿਸੂ ਜੀ ਯਹੋਵਾ ਪਰਮੇਸ਼ਰ ਜੀ ਹਨ, ਜਿਨ੍ਹਾਂ ਨੂੰ ਜਿਹੜਾ ਹੈ ਚੜਾਇਆ ਗਿਆ ਸੀ। ਕਿਉਂਕਿ ਲਿਖਿਆ ਹੈ, ਇਹ ਭਵਿੱਖਬਾਣੀ ਹੈ, ਆਕਾਸ਼ ਬਾਣੀ ਹੈ, ਜਾਂ ਪਹਿਲਾਂ ਤੋਂ ਹੀ ਇਹ ਗੱਲ ਲਿਖੀ ਗਈ ਸੀ ਕਿ ਤਦ ਮੈਂ ਉਹਨਾਂ ਨੂੰ ਆਖਿਆ, ਕਹਿਣ ਯਹੂਦਾ ਇਸਕਰੀਓਤੀ ਨੇ, ਜੇ ਤੁਹਾਡੀ ਨਿਗਾਹ ਵਿੱਚ ਚੰਗਾ ਹੋਵੇ ਤਾਂ ਮੇਰੀ ਮਜ਼ਦੂਰੀ ਮੈਨੂੰ ਦਿਓ, ਨਹੀਂ ਤਾਂ ਨਾ ਸਹੀ। ਉਹਨਾਂ ਨੇ ਤੋਲ ਕੇ 30 ਰੁਪਈਏ ਮੇਰੀ ਮਜ਼ਦੂਰੀ ਦੇ ਮੈਨੂੰ ਦਿੱਤੇ। ਤਾਂ ਯੋਹਾਨ ਨੇ ਮੈਨੂੰ ਆਖਿਆ ਕਿ ਇਹਨਾਂ ਨੂੰ ਘੁਮਿਆਰ ਅੱਗੇ ਸੁੱਟ ਦੇ, ਅਰਥਾਤ ਉਸ ਵੱਡੇ ਮੁੱਲ ਨੂੰ ਜਿਹੜਾ ਉਹਨਾਂ ਦੇ ਵੱਲੋਂ ਮੇਰਾ ਮੁੱਲ ਪਿਆ ਸੀ। ਮੈਂ ਉਹ 30 ਰੁਪਈਏ ਲੈ ਕੇ ਯਹੋਵਾ ਦੇ ਭਵਨ ਵਿੱਚ ਘੁਮਿਆਰ ਦੇ ਅੱਗੇ ਸੁੱਟ ਦਿੱਤੇ। ਇਹੋ ਵਿਆਖਿਆ ਜਿਹੜੇ ਹੈ ਉਹ ਮੱਤੀ 26 ਦੀ 14 ਤੋਂ 16 ਵਿੱਚ ਲਿਖਿਆ ਹੈ ਕਿ ਜਿਹੜਾ ਯਹੂਦਾ ਇਸਕਰੀਓਤੀ ਹੈ, ਜਿਹੜਾ ਉਹਦੇ ਪ੍ਰਭੂ ਯਿਸੂ ਨੂੰ ਫੜਵਾਉਣ ਵਾਲਾ ਹੈ, ਉਹ ਬਜ਼ੁਰਗਾਂ ਪ੍ਰਧਾਨ ਜਾਜਕਾਂ ਕੋਲ ਜਾ ਕੇ ਕਹਿਣ ਲੱਗਾ, ਜੇ ਮੈਂ ਯਿਸੂ ਨੂੰ ਤੁਹਾਡੇ ਹੱਥ ਵਿੱਚ ਫੜਾ ਮੈਨੂੰ ਕੀ ਦਿਓਗੇ? ਤਾਂ ਉਹਨਾਂ ਨੇ ਤੋਲ ਕੇ ਉਹਨੂੰ 30 ਰੁਪਈਏ ਦਿੱਤੇ। ਤਦ ਜਿਹੜੀ ਇਹ ਭਵਿੱਖਬਾਣੀ ਜਿਹੜੀ ਜ਼ਕਰਜਾ 11 ਚੈਪਟਰ ਦੀ 12 ਐਤ ਵਿੱਚ ਲਿਖਿਆ, ਤਦ ਮੈਂ ਉਹਨਾਂ ਨੂੰ ਆਖਿਆ, ਜੇ ਤੁਹਾਡੀ ਨਿਗਾਹ ਵਿੱਚ ਚੰਗਾ ਹੋਵੇ ਤਾਂ ਮੇਰੀ ਮਜ਼ਦੂਰੀ ਮੈਨੂੰ ਦਿਓ, ਨਹੀਂ ਤਾਂ ਨਾ ਸਹੀ। ਉਹਨਾਂ ਨੇ ਤੋਲ ਕੇ 30 ਰੁਪਈਏ ਮੇਰੀ ਮਜ਼ਦੂਰੀ ਦੇ ਮੈਨੂੰ ਦਿੱਤੇ। ਅੱਗੇ ਲਿਖਿਆ ਹੈ, ਹੁਣ ਅਸੀਂ 12 ਵਿੱਚ ਪੜ੍ਹੀਏ, ਤਦ ਉਹਨੇ ਉਹ ਰੁਪਈਏ ਸੁੱਟ ਦਿੱਤੇ, ਉਹਨੂੰ ਫੜਵਾ ਦਿੱਤਾ। ਫਿਰ ਇਸ ਤਰ੍ਹਾਂ ਹੋਇਆ ਕਿ ਯਿਸੂ ਜੀ ਨੂੰ ਉਹਨਾਂ ਪ੍ਰਧਾਨ
ਬਜ਼ੁਰਗਾਂ ਫਰੀਸੀਆਂ ਦੇ ਹੱਥ ਫੜਾ ਦਿੱਤਾ। ਜਦ ਉਸ ਨੇ ਦੇਖਿਆ ਕਿ ਪ੍ਰਭੂ ਯਿਸੂ ਤੇ ਸਜ਼ਾ ਦਾ ਹੁਕਮ ਹੋ ਗਿਆ ਤਾਂ ਉਹ 30 ਰੁਪਏ ਵਾਪਸ ਲਿਆਉਂਦਾ ਹੈ, ਕਿਉਂਕਿ ਪ੍ਰਭੂ ਮਸੀਹ ਨੇ ਇਹ ਇਸ ਤਰ੍ਹਾਂ ਯਹੋਵਾ ਨੇ ਆਖਿਆ ਸੀ। ਜੇ ਅਸੀਂ ਜ਼ਕਰਯਾ 11 ਦੀ 13 ਐਤ ਪੜ੍ਹੀਏ, ਲਿਖਿਆ ਯਹੋਵਾ ਨੇ ਮੈਨੂੰ ਆਖਿਆ ਕਿ ਇਹਨਾਂ ਰੁਪਇਆਂ ਨੂੰ ਘੁਮਿਆਰ ਅੱਗੇ ਸੁੱਟ ਦੇ, ਅਰਥਾਤ ਉਸ ਵੱਡੇ ਮੁੱਲ ਨੂੰ ਜਿਹੜਾ ਉਹਨਾਂ ਦੇ ਵੱਲੋਂ ਯਹੋਵਾ ਮੇਰਾ ਮੁੱਲ ਪਿਆ ਸੀ। ਸੋ ਮੈਂ ਉਹ 30 ਰੁਪਏ ਲੈ ਕੇ ਯਹੋਵਾ ਦੇ ਭਵਨ ਦੇ ਵਿੱਚ ਘੁਮਿਆਰ ਅੱਗੇ ਸੁੱਟ ਦਿੱਤੇ। ਯਾਦ ਰੱਖੋ, ਸਾਡੇ ਲਈ ਸਾਡੀ ਜਾਨ ਦੇਣ ਵਾਲਾ, ਸਾਨੂੰ ਬਣਾਉਣ ਵਾਲਾ ਪਿਤਾ ਪਰਮੇਸ਼ਰ ਯਹੋਵਾ ਮਸੀਹ ਪ੍ਰਭੂ ਹੈ। ਉਸਨੇ ਸਾਨੂੰ ਬਣਾਇਆ ਹੈ ਅਤੇ ਉਸਨੇ ਹੀ ਸਾਨੂੰ ਆਪਣੇ ਪਵਿੱਤਰ ਖੂਨ ਨਾਲ ਮੁੱਲ ਲੈਣ ਲਈ ਸਲੀਬ ਉੱਤੇ ਸਾਡੇ ਪਾਪਾਂ ਦਾ ਮੁੱਲ ਭਰਿਆ ਹੈ। ਸੋ ਮਾਫੀ ਦਾ ਸਿਧਾਂਤ ਇਹ ਨਹੀਂ ਕਿ ਜੋ ਕੋਈ ਇੱਕ ਅਮੀਰ ਜਾਂ ਸ਼ਕਤੀਮਾਨ ਜਿਹੜਾ ਇਨਸਾਨ ਜਿਹੜਾ ਹੈ ਇੱਕ ਗਰੀਬ ਨੂੰ ਮਾਰਦਾ ਹੈ, ਉਸ ਨਾਲ ਜਿਹੜਾ ਹੈ ਗਲਤ ਵਿਵਹਾਰ ਕਰਦਾ, ਪਾਪ ਕਰਦਾ ਹੈ, ਉਸ ਤੇ ਜ਼ੁਲਮ ਕਰਦਾ ਹੈ, ਤਾਂ ਗਰੀਬ ਆਦਮੀ ਆਪਣੀ ਗਰੀਬੀ ਵਿੱਚ ਉਸ ਜਿਹੜਾ ਹੈ ਅਮੀਰ ਨੂੰ ਜਾਂ ਸ਼ਕਤੀਸ਼ਾਲੀ ਆਦਮੀ ਨੂੰ ਇਹ ਆਖਦਾ ਹੈ ਕਿ ਮੈਂ ਤੈਨੂੰ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਮਾਫ ਕਰਦਾ ਹਾਂ, ਕਿਉਂਕਿ ਸਾਡੇ ਪ੍ਰਭੂ ਯਿਸੂ ਨੇ ਵੀ ਸਲੀਬ ਉੱਤੇ ਚੜ੍ਹਿਆ ਹੋਇਆ ਆਪਣੇ ਵੈਰੀਆਂ ਨੂੰ ਮਾਫ ਕੀਤਾ। ਇਹ ਮਾਫੀ ਨਹੀਂ ਹੈ। ਇਸ ਨਾਲ ਮਾਫੀ ਕਿਸੇ ਨੂੰ ਨਾ ਮਿਲਦੀ ਹੈ, ਨਾ ਦਿੱਤੀ ਜਾਂਦੀ ਹੈ, ਨਾ ਪਾਈ ਜਾਂਦੀ ਹੈ। ਮਾਫੀ ਦਾ ਸਿਧਾਂਤ ਹੈ ਕਿ ਜੇ ਕੋਈ ਮਸੀਹ ਪ੍ਰਭੂ ਦੇ ਵਿਰੁੱਧ ਪਾਪ ਕਰੇ ਤਾਂ ਪ੍ਰਭੂ ਯਿਸੂ ਮਸੀਹ ਦੀ ਹਜ਼ੂਰੀ ਵਿੱਚ ਆਣ ਕੇ ਆਪਣੇ ਪਾਪਾਂ ਨੂੰ ਮੰਨੇ, ਤੋਬਾ ਕਰੇ, ਫਿਰ ਪ੍ਰਭੂ ਯਿਸੂ ਦੇ ਨਾਮ ਵਿੱਚ ਬਪਤਿਸਮਾ ਲਵੇ, ਤਾਂ ਪ੍ਰਭੂ ਯਿਸੂ ਜੀ ਉਹਦੇ ਪਾਪ ਮਾਫ ਕਰੇਗਾ। ਉਹਦੇ ਪਾਪ ਜਿਹੜੇ ਹੈ ਮਾਫ ਹੋ ਜਾਣਗੇ ਅਤੇ ਫਿਰ ਉਹ ਪਰਮੇਸ਼ਰ ਦਾ ਪੁੱਤਰ ਬਣ ਜਾਵੇਗਾ, ਧੀ ਬਣ ਜਾਏਗਾ ਤੇ ਸੁਰਗ ਰਾਜ ਵਿੱਚ ਦਾਖਲ ਹੋਣ ਦਾ ਜਿਹੜਾ ਵਸੀਲਾ ਉਹਦੇ ਲਈ ਹੋ ਜਾਵੇਗਾ। ਇਸੇ ਤਰ੍ਹਾਂ ਫਿਰ ਜੇ ਕੋਈ ਤੁਹਾਡਾ ਪਾਪ ਤੁਸੀਂ ਪ੍ਰਭੂ ਯਿਸੂ ਦੇ ਵਿਰੁੱਧ ਕੀਤੇ ਜਾਂ ਪਰਮੇਸ਼ਰ ਯਹੋਵਾ ਦੇ ਵਿਰੁੱਧ ਕੀਤੇ ਪਾਪ ਨੂੰ ਮਾਫ ਇਨਸਾਨ ਨਹੀਂ ਕਰ ਸਕਦੇ ਜਿੰਨਾ ਚਿਰ ਉਹ ਇਨਸਾਨ ਪਰਮੇਸ਼ਰ ਯਿਸੂ ਜੀ ਕੋਲੋਂ ਮਾਫੀ ਨਹੀਂ ਮੰਗਦਾ, ਉਹਦੇ ਪਾਪ ਮਾਫ ਨਹੀਂ ਹੋਣੇ। ਇਸੇ ਤਰ੍ਹਾਂ ਨਾਲ ਜਿਹੜਾ ਕੋਈ ਤੁਹਾਡਾ ਪਾਪ ਜਿਹੜਾ ਕਰਦਾ ਹੈ, ਗੁਨਾਹ ਕਰਦਾ ਹੈ, ਅਪਰਾਧ ਕਰਦਾ ਹੈ, ਜਿੰਨਾ ਚਿਰ ਉਹ ਤੁਹਾਡੇ ਵੱਲ ਮੂੰਹ ਕਰਕੇ ਇਹਨੇ ਦੂਰੋਂ ਹੀ ਮੂੰਹ ਕਰਕੇ ਤੁਹਾਡੇ ਕੋਲੋਂ ਮਾਫੀ ਇਹਨਾਂ ਗੁਨਾਹ ਦਾ ਆਪਣੇ ਕੀਤੇ ਅਪਰਾਧ ਦਾ ਜਿਹੜਾ ਇਕਰਾਰ ਨਹੀਂ ਕਰਦਾ ਤੇ ਫਿਰ ਤੁਹਾਡੇ ਤੋਂ ਮਾਫੀ ਨਹੀਂ ਮੰਗਦਾ ਹੈ, ਤੁਸੀਂ ਕਦੇ ਵੀ ਉਸ ਨੂੰ ਮਾਫ ਨਹੀਂ ਕਰ ਸਕਦੇ ਹੋ। ਤੁਸੀਂ ਆਪਣੇ ਕਹਿ ਸਕਦੇ ਹੋ, ਤੁਸੀਂ ਉਹਦੇ ਲਈ ਫਰਿਆਦ ਵੀ ਕਰ ਸਕਦੇ ਹੋ, ਆਖ ਸਕਦੇ ਹੋ ਕਿ ਮੈਂ ਤੇਰੇ ਪਾਪ ਮਾਫ ਕੀਤੇ, ਪਰ ਮਾਫ ਹੋਣ ਦਾ ਇੱਕੋ ਹੀ ਵਸੀਲਾ ਹੈ ਕਿ ਜਿਸ ਦਾ ਤੁਸੀਂ ਪਾਪ ਕਰਦੇ ਹੋ ਉਸ ਵੱਲ ਮੂੰਹ ਕਰੋ, ਉਸ ਤੋਂ ਆਪਣੇ ਕੀਤੇ ਅਪਰਾਧ ਦੀ ਮਾਫੀ ਮੰਗੋ ਤੇ ਤਦ ਉਸ ਇਨਸਾਨ ਨੂੰ ਮਾਫੀ ਮਿਲੇਗੀ। ਅਤੇ ਜੇ ਕੋਈ ਮਾਫੀ ਮੰਗਣ ਉੱਤੇ ਮਾਫੀ ਨਾ ਦੇਵੇ ਤਾਂ ਫਿਰ ਸਾਡਾ ਸੁਰਗੀ ਪਿਤਾ ਮਸੀਹ ਪ੍ਰਭੂ ਵੀ ਸਾਨੂੰ ਮਾਫ ਨਹੀਂ ਕਰੇਗਾ। ਸੋ ਆਓ ਅੱਜ ਮਾਫੀ ਦੇ ਇਸ ਜਿਹੜੇ ਸਿਧਾਂਤ ਨੂੰ ਚੰਗੀ ਤਰ੍ਹਾਂ ਨਾਲ ਸਮਝੀਏ ਕਿ ਜੇ ਅਸੀਂ ਆਪਣੇ ਵਿਰੋਧੀਆਂ ਦੇ ਅਪਰਾਧ ਉਹਨਾਂ ਦੇ ਮਾਫੀ ਮੰਗਣ ਉੱਤੇ ਜਿਹੜੇ ਹੈ ਮਾਫ ਨਹੀਂ ਕਰਾਂਗੇ ਤੇ ਸਾਡਾ ਸੁਰਗੀ ਪਿਤਾ ਵੀ ਮਾਫ ਨਹੀਂ ਕਰੇਗਾ। ਆਓ ਅਸੀਂ ਦਿਨ ਰਾਤ ਇਸ ਗੱਲ ਦੀ ਰੱਟ ਨਾ ਲਗਾਈ ਰੱਖੀਏ ਕਿ ਪ੍ਰਭੂ ਯਿਸੂ ਨੇ ਸਲੀਬ ਉੱਤੇ ਚੜੇ ਹੋਏ ਪਾਪੀਆਂ ਦੇ ਪਾਪ ਜਿਹਨਾਂ ਨੇ ਉਹਦੇ ਵਿਰੁੱਧ ਪਾਪ ਕੀਤਾ ਮਾਫ ਕੀਤੇ ਨਹੀਂ ਜੀ, ਮਾਫ ਨਹੀਂ ਕੀਤੇ। ਪੜ੍ਹੋ ਰਸੂਲਾਂ ਦੇ ਕਿਤਾਬ 3 ਚੈਪਟਰ, ਉਹਦਾ ਪੂਰਾ ਚੈਪਟਰ ਪੜ੍ਹੋ 18 ਤੱਕ, ਫਿਰ 4 ਵੀ ਪੜ੍ਹੋ। ਮੁਕਤੀ ਜ਼ਮੀਨ ਉਸ ਪੱਥਰ ਨੂੰ ਲਿਖਦੇ ਨੇ ਕਿ ਤੁਸੀਂ ਇਹ ਉਹ ਪੱਥਰ ਹੈ, ਪ੍ਰਭੂ ਯਿਸੂ ਉਹ ਪੱਥਰ ਹੈ ਜਿਸ ਨੂੰ ਤੁਸਾਂ ਰਾਜਾ ਨੇ ਰਚਿਆ, ਸੋਈ ਖੁੰਝੇ ਦਾ ਪੱਥਰ ਹੋ ਗਿਆ। ਅਸਮਾਨ ਦੇ ਥੱਲੇ ਜ਼ਮੀਨ ਦੇ ਉੱਤੇ ਹੋਰ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ ਜਿਸ ਤੋਂ ਸਾਨੂੰ ਮੁਕਤੀ ਪ੍ਰਾਪਤ ਹੋਣੀ ਹੈ। ਇਸ ਲਈ ਆਓ ਯਾਦ ਰੱਖੋ, ਐਵੇਂ ਫਰੀ ਦੀਆਂ ਜਿਹੜੀਆਂ ਮਾਫੀਨਾਮੇ ਨਾ ਵੰਡਦੇ ਰਹੋ। ਨਾ ਕਿਸੇ ਨੂੰ ਮਾਫੀ ਮਿਲਣੀ ਆ, ਨਾ ਹੀ ਤੁਹਾਨੂੰ ਮਿਲਣੀ ਆ। ਆਪਣੇ ਦਿਲ ਨੂੰ ਤਸੱਲੀਆਂ ਨਾ ਦਿਓ। ਇਸ ਲਈ ਅਮੀਰ ਆਦਮੀ ਨੂੰ ਵੀ, ਗਰੀਬ ਆਦਮੀ ਨੂੰ ਵੀ, ਜੇ ਉਹ ਕਿਸੇ ਦੇ ਵਿਰੁੱਧ ਅਪਰਾਧ ਕਰਦਾ ਹੈ ਤੇ ਆਪਣਾ ਮੂੰਹ ਉਸ ਜਿਹਦੇ ਵਿਰੁੱਧ ਉਹ ਪਾਪ ਕਰਦਾ ਕਰਕੇ ਉਸ ਕੋਲੋਂ ਮਾਫੀ ਮੰਗਣ ਦੀ ਲੋੜ ਹੈ। ਤਦ ਹੀ ਉਸ ਦੇ ਪਾਪ ਮਾਫ ਕੀਤੇ ਜਾ ਸਕਦੇ ਹਨ।
ਆਮੀਨ। ਪ੍ਰਭੂ ਯਿਸੂ ਦਾ ਧੰਨਵਾਦ। ਆਮੀਨ। ਇਸ ਲਈ ਆਓ ਅਸੀਂ ਇਸ ਗੱਲ ਨੂੰ ਯਾਦ ਰੱਖੀਏ ਅਤੇ ਅੱਗੇ ਤੋਂ ਕਦੇ ਵੀ ਆਪਣੇ ਦਿਲ ਵਿੱਚ ਇਸ ਚੀਜ਼